ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ। ਅੱਜ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਬਾਰੇ ਚਰਚਾ ਕਰਾਂਗੇ। ਮੇਰੇ ਨਾਲ ਸਟੂਡੀਓ ਵਿੱਚ ਹਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਰਾ ਆਪ ਜੀ ਨੂੰ ਪਹਿਲਾ ਸਵਾਲ ਆ ਕਿ ਸਰਕਾਰ ਵੱਲੋਂ ਪਾਸ ਕੀਤੇ ਗਏ ਜਿਹੜੇ ਕਿਸਾਨ ਵਿਰੋਧੀ ਬਿੱਲਾਂ ਬਾਰੇ ਕਿ ਉਹਦਾ ਹਰ ਵਰਗ ਉੱਪਰ ਕੀ ਪ੍ਰਭਾਵ ਪਿਆ ਹੈ? ਵੇਖੋ, ਅਜੇ ਤੱਕ ਤਾਂ ਅਸੀਂ ਇਹੀ ਸੋਚ ਰਹੇ ਹਾਂ, ਜਾਂ ਜਿੰਨੀ ਵੀ ਐਜੀਟੇਸ਼ਨ ਜਾਂ ਜਿੰਨਾ ਵੀ ਸੰਘਰਸ਼ ਹੈ, ਕਿ ਜਿਹੜੀ ਸਰਕਾਰ ਨੇ ਇਹ ਤਿੰਨ ਪਹਿਲਾਂ ਆਰਡੀਨੈਂਸ ਸੀ, ਉਸ ਤੋਂ ਬਾਅਦ ਰਾਸ਼ਟਰਪਤੀ ਨੇ ਪਾਸ ਕਰ ਦਿੱਤੇ, ਹੁਣ ਉਹ ਕਾਨੂੰਨ ਬਣ ਚੁੱਕੇ ਨੇ, ਤੇ ਇਹਦਾ ਪ੍ਰਭਾਵ ਜਿਹੜਾ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਉਹ ਇੰਜ ਲੱਗਦਾ ਹੈ ਕਿ ਸ਼ਾਇਦ ਇਹਦੇ ਤੋਂ ਕਿਸਾਨ ਹੀ ਪ੍ਰਭਾਵਿਤ ਹੈ। ਪਰ ਅਸਲੀਅਤ ਇਹ ਹੈ ਕਿ ਇਹਦੇ ਨਾਲ ਕਿਸਾਨ ਨਹੀਂ, ਬਲਕਿ ਪੰਜਾਬ ਦੇ ਜਿੰਨੇ ਵੀ ਹੋਰ ਵਰਗ ਨੇ, ਕਿਤੇ ਨਾ ਕਿਤੇ ਉਹ ਵੀ ਜਿੰਨਾ ਕਿਸਾਨ ਪ੍ਰਭਾਵਿਤ ਹੋਵੇਗਾ ਉਨੇ ਉਹ ਲੋਕ ਵੀ ਪ੍ਰਭਾਵਿਤ ਹੋਣਗੇ। ਕਈ ਵਾਰੀ ਤਾਂ ਮੈਂ ਇੰਜ ਸੋਚਦਾ, ਜਦੋਂ ਤੁਸੀਂ ਇਹਨਾਂ ਸਾਰੇ ਤਿੰਨ ਬਿੱਲਾਂ ਨੂੰ ਪੜ੍ਹਦੇ ਹੋ ਤਾਂ ਉਹਦੇ ਵਿੱਚ ਜਿਵੇਂ ਦਾ ਸਾਰਾ ਵਰਤਾਰਾ ਤੁਹਾਨੂੰ ਨਜ਼ਰ ਆਉਂਦਾ ਹੈ ਭਵਿੱਖ ਦਾ, ਉਹਦੇ ਵਿੱਚ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਹੋ ਸਕਦਾ ਹੈ ਕਿ ਕਿਸਾਨ ਤੇ ਬਰਬਾਦ ਹੁੰਦਾ ਵੀ ਕੁਝ ਸਮਾਂ ਕੱਢ ਜਾਵੇ। ਪਰ ਜਿਹੜੇ ਦੂਸਰੇ ਵਰਗ ਨੇ, ਜਿਹੜੇ ਖਾਸ ਕਰਕੇ ਕਿਸਾਨ ਨਹੀਂ ਪਰ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ, ਕਿਸਾਨਾਂ ਦੀ ਉਪਜ ਦੇ ਉੱਪਰ ਆਧਾਰਿਤ ਨੇ, ਕਿਸਾਨਾਂ ਦੇ ਨਾਲ ਖੇਤੀ ਦੇ ਵਿੱਚ ਸ਼ਰੀਕ ਨੇ, ਤੇ ਕਿਸਾਨਾਂ ਦੀ ਉਪਜ ਦੇ ਉੱਪਰ ਵਪਾਰ ਕਰ ਰਹੇ ਨੇ, ਮੈਨੂੰ ਇੰਜ ਲੱਗਦਾ ਹੈ ਕਿ ਉਹ ਵਰਗ ਜਿਹੜੇ ਨੇ ਉਹ ਕਿਸਾਨਾਂ ਤੋਂ ਵੀ ਪਹਿਲਾਂ ਪ੍ਰਭਾਵਿਤ ਹੋਣਗੇ। ਹੁਣ ਮਿਸਾਲ ਦੇ ਤੌਰ ਤੇ ਇਸ ਇੱਕ ਕਾਨੂੰਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਕਿ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਪਰ ਆਪਣੀ ਜਿਣਸ ਨੂੰ ਵੇਚ ਸਕਦੇ ਹੋ, ਤੇ ਕੋਈ ਵੀ ਜਿਹੜੇ 2-3 ਕਿਸਾਨ ਨੇ ਉਹ ਆਪਣੀ ਇੱਕ ਛੋਟੀ ਜਿਹੀ ਕੰਪਨੀ ਬਣਾ ਕੇ ਛੋਟੇ ਕਿਸਾਨਾਂ ਦੇ ਕੋਲੋਂ ਜਿਣਸ ਖਰੀਦ ਵੀ ਸਕਦੇ ਨੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦਾ ਜਿਹੜਾ ਤਕਰੀਬਨ 80% ਕਿਸਾਨ ਹੈ, ਉਹ ਤੁਸੀਂ ਪਿੰਡਾਂ ਦੇ ਵਿੱਚ ਵੇਖਿਆ ਕਿ ਉਹ 5 ਏਕੜ ਤੋਂ ਥੱਲੇ ਵਾਲਾ ਹੈ। ਬਹੁਤੇ ਕਿਸਾਨ ਤਾਂ ਵਿਚਾਰੇ ਉਹ ਨੇ ਕਿ ਜਿਹੜੇ ਖੇਤੀ ਵੀ ਕਰਦੇ ਨੇ ਤੇ ਸ਼ਹਿਰਾਂ 'ਚ ਜਾ ਕੇ ਮਜ਼ਦੂਰੀ ਵੀ ਕਰ ਰਹੇ ਨੇ ਆਪਣੇ ਪਰਿਵਾਰਾਂ ਨੂੰ ਪਾਲਣ ਦੇ ਵਾਸਤੇ, ਜਾਂ ਹੋਰ ਛੋਟੇ-ਛੋਟੇ ਧੰਦੇ ਕਰ ਰਹੇ ਨੇ। ਕੋਈ ਟਰੱਕ ਚਲਾ ਰਿਹਾ ਹੈ, ਕੋਈ ਛੋਟਾ-ਮੋਟਾ ਸਬਜ਼ੀ ਦਾ ਕੰਮ ਕਰਕੇ ਬੈਠਾ ਹੈ, ਕੋਈ ਛੋਟੀ ਦੁਕਾਨਦਾਰੀ ਖੋਲ੍ਹ ਕੇ ਬੈਠਾ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਕਿਸਾਨੀ ਧੰਦਾ ਪਹਿਲਾਂ ਹੀ ਇੰਨਾ ਲਾਹੇਵੰਦ ਨਹੀਂ ਸੀ, ਘਾਟੇ 'ਚ ਜਾ ਰਿਹਾ ਸੀ। ਪਰ ਫਿਰ ਵੀ ਕਿਤੇ ਨਾ ਕਿਤੇ ਕਿਸਾਨ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਜ਼ਰਾਇਤੀ ਖੇਤਰ ਦੇ ਵਿੱਚੋਂ ਉਸ ਜ਼ਮੀਨ ਦੇ ਨਾਲ ਜੁੜਿਆ ਹੋਇਆ ਸੀ। ਪਰ ਹੁਣ ਕੀ ਹੋਵੇਗਾ ਕਿ ਕਿਸਾਨ ਦੇ ਕੋਲ, ਜਿਹੜਾ ਆਮ ਗਰੀਬ ਕਿਸਾਨ ਹੈ, ਉਹਦੇ ਕੋਲ ਇੰਨੀ ਸਮਰੱਥਾ ਹੀ ਨਹੀਂ ਹੈ ਕਿ ਉਹ ਕਿਸੇ ਦੀ ਜਿਣਸ ਨੂੰ ਖਰੀਦ ਸਕੇ। ਉਹਦੇ ਕੋਲ ਤਾਂ ਆਪਣੀ ਜਿਣਸ ਜਿਹੜੀ ਹੈ, ਉਹਨੂੰ ਇੱਕ ਜਿਣਸ ਨੂੰ ਬੀਜਣ ਤੋਂ ਬਾਅਦ ਦੂਜੀ ਜਿਹੜੀ ਹੈ ਬੀਜਣੀ ਹੁੰਦੀ, ਉਸਨੇ ਦੂਜੀ ਜ਼ਮੀਨ ਦੇ ਉੱਪਰ ਫਸਲ ਬੀਜਣੀ ਹੁੰਦੀ ਹੈ, ਉਹਦੇ ਵਾਸਤੇ ਵੀ ਕਈ ਵਾਰੀ ਆੜ੍ਹਤੀਆਂ ਕੋਲ ਕਰਜ਼ਾ ਲੈਣਾ ਪੈਂਦਾ। ਸੋ ਇਹਦੇ ਕਰਕੇ ਜੇ ਅਸੀਂ ਕਹੀਏ ਕਿ ਜਿਹੜੀ ਵਪਾਰਕ ਤੌਰ ਤੇ ਖੋਲ੍ਹ ਦੇ ਦਿੱਤੀ ਗਈ ਹੈ ਕਿ ਪੰਜਾਬ ਦਾ ਕਿਸਾਨ ਜਿਹੜਾ ਉਹ ਦੂਜੇ ਸੂਬਿਆਂ 'ਚ ਜਾ ਕੇ ਜਾਂ ਦੂਜੀਆਂ ਮੰਡੀਆਂ 'ਚ ਜਾ ਕੇ ਆਪਣੀ ਫਸਲ ਵੇਚ ਸਕਦਾ ਹੈ, ਤਾਂ ਇਹਦਾ ਜਿਹੜਾ ਫਾਇਦਾ ਹੈ ਉਹ ਸਭ ਤੋਂ ਵੱਧ ਜਿਹੜੇ ਬਹੁਤ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਲੈਣਗੇ, ਨਾ ਕਿ ਆਮ ਕਿਸਾਨ। ਹੁਣ ਤੁਸੀਂ 2-3 ਦਿਨ ਪਹਿਲਾਂ ਅਖਬਾਰਾਂ ਦੇ ਵਿੱਚ ਖਬਰ ਵੇਖੀ ਹੋਣੀ ਹੈ ਕਿ ਬਿਹਾਰ ਦਾ ਝੋਨਾ ਜਿਹੜਾ ਉਹ ਪੰਜਾਬ ਦੇ ਵਿੱਚ ਆ ਕੇ ਵਿਕ ਰਿਹਾ। ਉਹਦਾ ਕਾਰਨ ਕੀ ਹੈ? ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ MSP ਤੇ ਨਾਨ MSP ਸਟੇਟ, ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਫਸਲ ਦਾ ਹੁੰਦਾ ਉਹ ਤੈਅ ਕਰ ਦਿੱਤਾ ਜਾਂਦਾ। ਹੁਣ ਮੰਨ ਲਓ ਪੰਜਾਬ ਦੇ ਵਿੱਚ ਝੋਨੇ ਦਾ ਜਿਹੜਾ ਸੀ ਮਿਨੀਮਮ ਸਪੋਰਟ ਪ੍ਰਾਈਸ, ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ, ਉਹ ਤਕਰੀਬਨ 1850 ਰੁਪਈਆ ਤੈਅ ਕਰ ਦਿੱਤਾ ਗਿਆ। ਉਹਦੇ ਨਾਲ ਕੀ ਹੋਇਆ ਕਿ ਬਿਹਾਰ ਦੇ ਵਿੱਚ ਉਹ ਸਪੋਰਟ ਪ੍ਰਾਈਸ ਨਹੀਂ ਸੀ ਹੈਗਾ, ਤੇ ਉੱਥੇ ਜਿਹੜਾ ਵੱਡਾ ਵਪਾਰੀ ਸੀ ਉਹਨੇ 1000-1200 ਨੂੰ ਖਰੀਦਿਆ ਤੇ ਆ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੇਚ ਦਿੱਤਾ। ਸੋ ਇਹਦੇ ਨਾਲ ਕੀ ਹੋਵੇਗਾ ਕਿ ਕਿਸਾਨ ਜਿਹੜਾ ਛੋਟਾ ਹੈ ਉਹਨੂੰ ਤਾਂ ਕੋਈ ਰਿਆਇਤ ਨਹੀਂ ਮਿਲੇਗੀ, ਪਰ ਜਿਹੜਾ ਬਹੁਤ ਵੱਡਾ ਕਾਰਪੋਰੇਟ ਸੈਕਸ਼ਨ ਹੈ, ਜਿਹੜੇ ਬਹੁਤ ਵੱਡੇ ਪੂੰਜੀਪਤੀ ਲੋਕ ਨੇ, ਜਿਹੜੇ ਭੰਡਾਰ ਕਰ ਸਕਦੇ ਨੇ, ਉਹ ਜਿਹੜੇ ਨੇ ਉਹ ਇਸ ਦੇ ਵਿੱਚੋਂ ਫਾਇਦਾ ਕਮਾਉਣਗੇ। ਪਹਿਲਾ ਨੁਕਸਾਨ ਤਾਂ ਇਹ ਹੋਵੇਗਾ। ਦੂਜੀ ਗੱਲ ਹੈ ਕਿ ਇਹਦੇ ਵਿੱਚ ਇੱਕ ਸ਼ਰਾਰਤ ਜੀ ਇਸ ਤਰ੍ਹਾਂ ਲੱਗਦੀ ਹੈ ਕਿ ਪੰਜਾਬ ਦੇ ਵਿੱਚ MSP ਖਤਮ ਨਹੀਂ ਕੀਤੀ, ਪਰ ਸਾਰੇ ਸਟੇਟਾਂ ਨੂੰ ਪੰਜਾਬ ਦੇ ਵਿੱਚ ਜਿਣਸ ਲੈ ਕੇ ਆਉਣ ਦਾ ਤੇ ਖਰੀਦ ਕੇ ਜਾਣ ਦਾ ਜਿਹੜਾ ਖੋਲ੍ਹ ਦੇ ਦਿੱਤੀ ਗਈ ਹੈ। ਤੇ ਇਹਦੇ ਨਾਲ ਜਿਹੜਾ MSP ਤੇ ਨਾਨ MSP ਸਟੇਟ ਹੈ ਉਹਦੇ ਵਿੱਚ ਜਿਹੜਾ ਡਿਫਰੈਂਸ ਸੀਗਾ, ਜਿਹੜਾ ਪਾੜਾ ਸੀ, ਜਿਹਦੇ ਕਰਕੇ ਘੱਟੋ ਘੱਟ ਸਮਰਥਨ ਮੁੱਲ ਮਿਲਦਾ ਸੀ, ਉਹ ਸਾਰਾ ਜਿਹੜਾ ਉਹ ਖਤਮ ਹੋ ਜਾਵੇਗਾ। ਦੂਸਰੀ ਗੱਲ ਸੀ ਕਿ ਉਹਦੇ ਵਿੱਚ ਇਹਨਾਂ ਨੇ ਜਿਹੜਾ 1955 ਦਾ ਐਸੈਂਸ਼ੀਅਲ ਕਮੋਡਿਟੀ ਐਕਟ ਸੀਗਾ, ਉਹਦੇ ਵਿੱਚ ਜਿਹੜੀਆਂ ਨੇ ਉਹ ਸੋਧਾਂ ਕਰਕੇ ਇਹ ਖੁੱਲ੍ਹ ਦੇ ਦਿੱਤੀ ਹੈ ਕਿ ਤੁਸੀਂ ਫਸਲ ਨੂੰ ਜਿੰਨੀ ਮਰਜ਼ੀ ਮਿਕਦਾਰ ਦੇ ਵਿੱਚ ਤੇ ਜਿੰਨੇ ਮਰਜ਼ੀ ਸਮੇਂ ਵਾਸਤੇ, ਕੋਈ ਸੀਮਾ ਨਹੀਂ ਹੈ, ਨਾ ਮਿਕਦਾਰ ਦੀ ਸੀਮਾ ਨਾ ਸਮੇਂ ਦੀ ਸੀਮਾ,
ਤੁਸੀਂ ਉਸ ਨੂੰ ਭੰਡਾਰ ਕਰ ਸਕਦੇ ਹੋ, ਸਟੋਰ ਕਰ ਸਕਦੇ ਹੋ। ਹੁਣ ਪੰਜਾਬ ਦੇ ਵਿੱਚ ਜਿਹੜਾ ਗਰੀਬ ਕਿਸਾਨ ਹੈ ਉਹਦੇ ਕੋਲ ਕਿੱਥੇ ਇੰਨਾ ਪ੍ਰਬੰਧ ਹੈ ਕਿ ਉਹ ਸਾਰੀ ਆਪਣੀ ਫਸਲ ਨੂੰ ਸਟੋਰ ਕਰ ਸਕੇ ਤੇ ਬਾਅਦ ਦੇ ਵਿੱਚ ਵੱਡੇ ਕਾਰਪੋਰੇਟ ਸੈਕਟਰ ਜਿਹੜੇ ਨੇ ਉਹਨਾਂ ਨੂੰ ਮਹਿੰਗੀ ਕੀਮਤ ਦੇ ਉੱਪਰ ਵੇਚ ਸਕੇ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਹਰ ਪਾਸੇ ਤੋਂ ਵਪਾਰ ਦੀ ਖੁੱਲ੍ਹ ਹੋ ਗਈ ਹੈ ਤੇ ਕੋਈ ਵੀ ਬੰਦਾ ਜਿਹੜਾ ਵਪਾਰੀ ਵਰਗ ਹੈ, ਖਾਸ ਕਰਕੇ ਜਿਹੜਾ ਵੱਡਾ ਪੂੰਜੀਪਤੀ ਹੈ, ਉਹਦੀ ਪਹਿਲ ਇਹ ਹੋਵੇਗੀ ਕਿ ਮੈਨੂੰ ਕਿਸ ਸਟੇਟ ਦੇ ਵਿੱਚੋਂ, ਸਟੇਟ ਵੀ ਛੱਡ ਜਾਓ, ਉਹ ਸੋਚੇਗਾ ਕਿ ਮੈਨੂੰ ਕਿਸ ਦੇਸ਼ ਦੇ ਵਿੱਚੋਂ ਜਿਹੜੀ ਹੈ ਉਹ ਜਿਹੜੀ ਫਸਲ ਜਾਂ ਉਪਜ ਜਿਹੜੀ ਹੈ ਸਸਤੀ ਮਿਲਦੀ ਹੈ, ਮੈਂ ਉੱਥੋਂ ਖਰੀਦਾਂ। ਉਹ ਮਹਿੰਗੀ ਵਾਲੇ ਪਾਸੇ ਕਦੀ ਵੀ ਮੂੰਹ ਨਹੀਂ ਕਰੇਗਾ। ਸੋ ਇਸ ਕਰਕੇ ਇਹ ਜਿਹੜਾ ਭੰਡਾਰ ਕਰਨ ਦਾ ਫਾਇਦਾ ਹੈ ਇਹ ਵੀ ਉਹਨਾਂ ਲੋਕਾਂ ਨੂੰ ਹੋਵੇਗਾ ਨਾ। ਹੁਣ ਤੁਸੀਂ ਵੇਖੋ, ਜਦੋਂ ਪਿਆਜ਼ ਨਿਕਲਦੇ ਨੇ, ਜਦੋਂ ਪਿਆਜ਼ ਪੰਜਾਬ 'ਚ ਪੈਦਾ ਹੁੰਦਾ ਹੈ ਤੇ 2 ਤੋਂ ਲੈ ਕੇ 5 ਰੁਪਏ ਕਿਲੋ ਤੱਕ ਉਹਦੀ ਮੈਕਸਿਮਮ ਕੀਮਤ ਹੁੰਦੀ ਹੈ, ਪਰ ਅਸੀਂ ਉਹਨੂੰ ਭੰਡਾਰ ਨਹੀਂ ਕਰ ਸਕਦੇ, ਸਟੋਰ ਨਹੀਂ ਕਰ ਸਕਦੇ, ਸਾਡੇ ਕੋਲ ਪ੍ਰਬੰਧ ਨਹੀਂ ਹੈ ਕਿ ਉਹਨੂੰ ਸੰਭਾਲਿਆ ਜਾ ਸਕੇ। ਜਦੋਂ ਪੰਜਾਬ ਦਾ ਉਪਜ ਜਿਹੜੀ ਹੈ ਪਿਆਜ਼ ਦੇ ਰੂਪ 'ਚ ਖਤਮ ਹੋ ਜਾਂਦੀ ਹੈ ਤੇ ਫਿਰ ਜਦੋਂ ਉਹ ਬਾਹਰਲੇ ਸੂਬਿਆਂ ਤੋਂ ਆਉਂਦਾ ਤੇ ਅਸੀਂ 40 ਤੋਂ 50 ਰੁਪਏ ਕਿਲੋ ਪਿਆਜ਼ ਖਰੀਦਦੇ ਹਾਂ, ਜਦੋਂ ਕਿ ਪਿਆਜ਼ ਪੰਜਾਬ ਦੇ ਵਿੱਚ ਵੀ ਪੈਦਾ ਕੀਤਾ ਜਾ ਸਕਦਾ। ਸੋ ਇਸ ਕਰਕੇ ਇਹ ਜਿਹੜੀ ਭੰਡਾਰ ਦੀ ਨੀਤੀ ਹੈ, ਜਿਹਨੂੰ ਤੁਸੀਂ ਕਹੋਗੇ ਕਿ ਐਸੈਂਸ਼ੀਅਲ ਕਮੋਡਿਟੀ ਜਿਹੜਾ ਐਕਟ ਹੈਗਾ, ਇਹਦੇ ਵਿੱਚ ਜਿਹੜਾ ਫਾਇਦਾ ਉਹ ਵੀ ਵੱਡਾ ਵਪਾਰੀ ਵਰਗ ਲਵੇਗਾ ਜਿਹਦੇ ਕੋਲ ਬਹੁਤ ਵੱਡੀ ਕੋਲਡ ਸਟੋਰੇਜ ਦੇ ਪ੍ਰਬੰਧ ਨੇ। ਉਹ ਸਬਜ਼ੀਆਂ ਨੂੰ, ਉਹ ਖਾਦਾਂ ਨੂੰ, ਉਹ ਅਨਾਜ ਨੂੰ ਵੱਡੇ ਪੱਧਰ ਦੇ ਉੱਪਰ ਸਟੋਰ ਕਰ ਸਕਦਾ ਹੈ ਤੇ ਜਦੋਂ ਉਹ ਵੇਖੇਗਾ ਕਿ ਬਾਜ਼ਾਰ ਦੇ ਵਿੱਚ ਹੁਣ ਇਸ ਚੀਜ਼ ਦੀ ਕਿੱਲਤ ਹੈ ਤੇ ਉਹ ਮਹਿੰਗੇ ਭਾਅ ਦੇ ਉੱਪਰ ਵੇਚੇਗਾ। ਉਸ ਤੋਂ ਅੱਗੇ ਆ ਜਾਂਦਾ ਫਿਰ ਜਿਹੜਾ ਐਗਰੀਮੈਂਟ ਐਗਰੀਕਲਚਰ ਐਕਟ, ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇਕਰਾਰਨਾਮੇ ਦੀ ਖੇਤੀ। ਹੁਣ ਉਸ ਇਕਰਾਰਨਾਮੇ ਦੀ ਖੇਤੀ ਦੇ ਵਿੱਚ ਪਹਿਲਾਂ ਤਾਂ ਇਹ ਸੀਗਾ ਕਿ ਪਿੰਡ ਦੇ ਜਿਹੜੇ ਜ਼ਮੀਨ ਰਹਿਤ ਜਾਂ ਥੋੜੀ ਜ਼ਮੀਨ ਵਾਲੇ ਕਿਸਾਨ ਸੀ, ਉਹ ਵੱਡੇ ਕਿਸਾਨ ਜਿਹੜੇ ਸੀਗੇ ਜਾਂ ਵਿਦੇਸ਼ਾਂ ਦੇ ਵਿੱਚ ਗਏ ਲੋਕ ਸੀ, ਉਹਨਾਂ ਦੀ ਜ਼ਮੀਨ ਠੇਕੇ ਦੇ ਉੱਪਰ ਲੈਂਦੇ ਸੀ, ਜਿਹਦੇ ਨਾਲ ਇੱਕ ਉਹਨਾਂ ਦਾ ਕਹਿ ਸਕਦੇ ਹੋ ਕਿ ਪਰਿਵਾਰਕ ਤੌਰ ਤੇ, ਆਰਥਿਕ ਤੌਰ ਤੇ ਭਾਈਚਾਰਾ ਵੀ ਬਣਿਆ ਰਹਿੰਦਾ ਸੀ ਤੇ ਉਹਨਾਂ ਦੇ ਪਰਿਵਾਰ ਵੀ ਪਲਦੇ ਸੀ। ਹੁਣ ਜਦੋਂ ਵੱਡੀਆਂ ਜਿਹੜੀਆਂ ਇਹ ਖੇਤੀਬਾੜੀ ਦੇ ਉੱਪਰ ਕਾਬਜ਼ ਹੋ ਰਹੀਆਂ ਜਿਹੜੀਆਂ ਵੱਡੀਆਂ ਇਜਾਰੇਦਾਰੀਆਂ ਨੇ, ਜਦੋਂ ਇਹ 1 2 5 ਨਹੀਂ ਬਲਕਿ ਇੱਕ ਪੂਰੇ ਪਿੰਡ ਦੀ ਜ਼ਮੀਨ ਨੂੰ ਐਗਰੀਮੈਂਟ ਦੇ ਵਿੱਚ ਲੈਣਗੀਆਂ, ਤਾਂ ਪਹਿਲਾਂ ਉਹ ਸਾਨੂੰ ਬਹੁਤ ਸਾਰੇ ਠੇਕੇ ਦੀ ਪੈਸੇ ਦੀ ਪੇਸ਼ਕਸ਼ ਕਰਨਗੀਆਂ। ਤਾਂ ਕੁਦਰਤੀ ਮੈਂ ਵੀ ਸੋਚੂੰਗਾ ਕਿ ਜੇ ਮੇਰੀ ਜ਼ਮੀਨ 50,000 ਠੇਕੇ ਦੇ ਉੱਪਰ ਆ ਤੇ ਮੈਨੂੰ 1 ਲੱਖ ਰੁਪਈਆ ਜਿਹੜਾ ਠੇਕਾ ਮਿਲ ਰਿਹਾ ਤੇ ਮੈਂ ਉਹ ਠੇਕਾ ਦੇ ਦੇਵਾਂਗਾ। ਪਰ ਜਿਹੜੀਆਂ ਉਸ ਐਗਰੀਮੈਂਟ ਦੇ ਵਿੱਚ ਸ਼ਰਤਾਂ ਹੋਣਗੀਆਂ, ਉਹਨਾਂ ਸ਼ਰਤਾਂ ਦੇ ਵਿੱਚ ਇਹ ਵੀ ਹੋਵੇਗਾ ਕਿ ਜਿਨਸ ਦਾ ਜਿਹੜਾ ਮਿਆਰ ਆ ਸਾਨੂੰ ਇਹ ਚਾਹੀਦਾ। ਜਦੋਂ ਮੈਂ ਉਸ ਮਿਆਰ ਦੇ ਉੱਪਰ ਪੂਰਾ ਨਹੀਂ ਉਤਰੂੰਗਾ ਤਾਂ ਕੁਦਰਤੀ ਹੈ ਕਿ ਮੈਂ ਕਿਸੇ ਨਾ ਕਿਸੇ ਇਨਸਾਫ ਵਾਲੇ ਦਰ ਦਾ ਦਰਵਾਜ਼ਾ ਖੜਕਾਉਣਾ ਚਾਹੂੰਗਾ, ਪਰ ਉਹਦੇ 'ਚ ਉਹ ਰਾਹ ਬਿਲਕੁਲ ਬੰਦ ਕਰ ਦਿੱਤਾ ਗਿਆ। ਜੇ ਮੇਰੇ ਕੋਲੋਂ ਇਕਰਾਰਨਾਮੇ ਤੇ ਜ਼ਮੀਨ ਲੈਣ ਵਾਲੀ ਜਿਹੜੀ ਕੰਪਨੀ ਜਾਂ ਜਿਹੜਾ ਕਾਰਪੋਰੇਟ ਘਰਾਣਾ ਹੈ, ਰੇਟ ਦੇ ਉੱਪਰ ਲੈ ਕੇ ਜਾਂ ਜਿਨਸ ਦੀ ਜਿਹੜੀ ਮਿਆਰ ਆ ਉਹਦੇ ਉੱਪਰ ਲੈ ਕੇ ਜੇ ਕੋਈ ਝਗੜਾ ਹੁੰਦਾ ਤੇ ਮੈਂ ਉਸ ਝਗੜੇ ਨੂੰ ਅਦਾਲਤ ਵਿੱਚ ਲੈ ਕੇ ਨਹੀਂ ਜਾ ਸਕਦਾ। ਇਹ ਬਕਾਇਦਾ ਤੌਰ ਤੇ ਇਸ ਕਾਨੂੰਨ ਦੇ ਵਿੱਚ ਲਿਖਿਆ ਹੋਇਆ। ਇਹਦਾ ਜਿਹੜਾ ਫੈਸਲਾ ਹੈ ਉਹ ਮੇਰੇ ਇਸ ਇਲਾਕੇ ਦਾ ਐਸਡੀਐਮ ਕਰੇਗਾ ਤੇ ਉਹਨੂੰ 3 ਦਿਨ ਤੋਂ ਲੈ ਕੇ 30 ਦਿਨਾਂ ਦੇ ਵਿੱਚ ਮੇਰੇ ਦੇ ਵਿੱਚ, ਮੇਰੇ ਖਰੀਦਦਾਰ ਦੇ ਵਿੱਚ ਤੇ ਉਹਨੂੰ ਤੀਜੀ ਧਿਰ ਬਣ ਕੇ ਇਹਨੂੰ ਫੈਸਲਾ ਕਰਨਾ ਪਵੇਗਾ। ਹੁਣ ਤੁਸੀਂ ਵੇਖੋ ਕਿ ਜਿਹੜੇ ਬਿਊਰੋਕਰੇਟਸ ਨੇ ਉਹ ਹਮੇਸ਼ਾ ਪੂੰਜੀਪਤੀਆਂ ਦੇ ਪੱਖ ਦਾ ਫੈਸਲਾ ਕਰਨਗੇ ਕਿਉਂਕਿ ਸਰਕਾਰ ਦੇ ਨੁਮਾਇੰਦੇ ਨੇ ਤੇ ਸਰਕਾਰ ਜਿਹੜੀ ਆ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡੇ ਕਾਰਪੋਰੇਟ ਘਰਾਣੇ, ਚਾਹੇ ਉਹ ਰਿਲਾਇੰਸ ਵਾਲੇ ਨੇ, ਚਾਹੇ ਉਹ ਅੰਬਾਨੀ ਨੇ, ਚਾਹੇ ਉਹ ਅਡਾਨੀ ਨੇ, ਉਹਨਾਂ ਲੋਕਾਂ ਤੋਂ ਬਹੁਤ ਵੱਡੀ ਫੰਡਿੰਗ ਲੈਂਦੇ ਨੇ ਡੋਨੇਸ਼ਨ ਦੇ ਰੂਪ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ। ਤੇ ਕੁਦਰਤੀ ਹੈ ਕਿ ਉਹਨਾਂ ਦੇ ਨਿਯੁਕਤ ਕੀਤੇ ਜਿਹੜੇ ਆਫੀਸਰ ਨੇ ਉਹ ਸਾਡੀ ਤੁਹਾਡੀ ਗਰੀਬਾਂ ਦੀ ਗੱਲ ਨਹੀਂ ਕਰਨਗੇ, ਉਹ ਵੱਡੇ ਅਮੀਰ ਵਰਗ ਦੀ ਗੱਲ ਕਰਨਗੇ। ਸੋ ਇਸ ਕਰਕੇ ਇਹ ਜਿਹੜੇ ਬਿੱਲ ਜਿਹੜੇ ਕਹਿ ਸਕਦੇ ਹੋ ਕਿ ਅਜੇ ਤੱਕ ਪਾਸ ਕਰ ਦਿੱਤੇ ਗਏ ਨੇ ਤੇ ਜਿਨ੍ਹਾਂ ਨੂੰ ਰੱਦ ਕਰਾਉਣ ਦੇ ਵਾਸਤੇ ਜਾਂ ਸੋਧਾਂ ਦੇ ਵਾਸਤੇ ਇਹ ਜਿਹੜਾ ਸਟਰਗਲ ਹੋ ਰਿਹਾ ਹੈ, ਇਹਨਾਂ ਬਿੱਲਾਂ ਦੇ ਨਾਲ ਆ ਜਾ ਕੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਡਾਕਟਰ ਸਾਹਿਬ, ਤੁਹਾਡੇ ਜਿਹੜੇ ਛੋਟੇ ਵਰਗ ਦੀ ਦੁਕਾਨਾਂ ਆ, ਜਿਹੜੇ ਛੋਟੇ ਦੁਕਾਨਦਾਰ ਆ, ਉਹਨਾਂ ਤੇ ਕੀ ਪ੍ਰਭਾਵ ਪਿਆ ਇਸ ਚੀਜ਼ ਦਾ? ਵੇਖੋ, ਅਜੇ ਤਾਂ ਸਾਨੂੰ ਇੰਜ ਲੱਗੇਗਾ ਕਿ ਪ੍ਰਭਾਵ ਨਹੀਂ ਪਿਆ ਕਿਉਂਕਿ ਸੱਚਮੁੱਚ ਹੀ ਅਜੇ ਤੁਸੀਂ ਇਹਨੂੰ 2-4 ਮਹੀਨਿਆਂ ਦੇ ਵਿੱਚ ਤੁਹਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈ ਕਿ ਤੁਸੀਂ ਡਿਸਾਈਡ ਕਰ ਸਕੋ ਕਿ ਇਹ ਪ੍ਰਭਾਵ ਪਿਆ ਜਾਂ ਨਹੀਂ ਪਿਆ। ਪਰ ਇਨ ਦਾ ਲੌਂਗ ਟਰਮ ਜਦੋਂ ਤੁਸੀਂ ਬੜੀ ਦੂਰ ਅੰਦੇਸ਼ੀ ਨਾਲ ਸੋਚੋਗੇ ਕਿ ਉਹ ਲੋਕ ਕਿੰਨੇ ਜ਼ਿਆਦਾ ਅਸਰ ਅੰਦਾਜ਼ ਹੋਣਗੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਪ੍ਰਭਾਵ ਬਹੁਤ ਜ਼ਿਆਦਾ ਪਵੇਗਾ। ਉਹ ਕਿੰਝ ਪਵੇਗਾ ਕਿ ਮੰਨ ਲਓ ਮੇਰੇ ਕੋਲ 10 ਏਕੜ ਜ਼ਮੀਨ ਹੈ ਤੇ ਉਸ 10 ਏਕੜ ਜ਼ਮੀਨ ਦਾ ਮੇਰਾ ਜਿਹੜਾ ਐਗਰੀਕਲਚਰ ਐਗਰੀਮੈਂਟ ਹੈ ਉਹ ਇੱਕ ਬਹੁਤ ਵੱਡੀ ਕੰਪਨੀ ਦੇ ਨਾਲ ਹੋ ਗਿਆ। ਉਸ ਕੰਪਨੀ ਨੇ ਜਦੋਂ ਮੇਰੇ ਨਾਲ ਜ਼ਮੀਨ ਦਾ ਐਗਰੀਮੈਂਟ ਕੀਤਾ, ਪਹਿਲੀ ਗੱਲ ਤਾਂ ਸਾਡੀਆਂ ਸਮਾਜਿਕ ਸਾਂਝਾਂ ਟੁੱਟ ਜਾਣਗੀਆਂ।
ਨਹੀਂ ਤੇ ਤੁਸੀਂ ਪਿੰਡ ਦੇ ਵਿੱਚ ਮੰਨ ਲਓ ਰਹਿੰਦੇ ਹੋ ਤੇ ਤੁਹਾਨੂੰ ਪਤਾ ਹੈ ਕਿ ਕਿਸਾਨ ਦੇ ਗੰਨੇ ਆਉਂਦੇ ਨੇ, ਕਿਸਾਨ ਦਾ ਸਾਗ ਆਉਂਦਾ ਹੈ, ਜਾਂ ਜਿਹੜੀ ਵੀ ਜਿਣਸ ਉਹਦੇ ਖੇਤ ਦੇ ਵਿੱਚ ਪੈਦਾ ਹੁੰਦੀ ਹੈ ਉਹ ਪਹਿਲਾਂ ਆਂਢ ਗੁਆਂਢ ਦੇ ਘਰਾਣਿਆਂ 'ਚ ਆਉਂਦੀ ਹੈ। ਪਰ ਤੁਸੀਂ ਰੇਹੜੀ ਦੇ ਉੱਪਰੋਂ ਸੇਬ ਨਹੀਂ ਚੁੱਕ ਸਕਦੇ। ਉਹ ਵੀ ਉਪਜ ਹੈ, ਇਹ ਵੀ ਉਪਜ ਹੈ, ਕਿਉਂਕਿ ਇੱਥੇ ਤੁਹਾਡੀਆਂ ਪਰਿਵਾਰਕ ਸਾਂਝਾਂ ਨੇ, ਇੱਥੇ ਤੁਹਾਡੀਆਂ ਸਮਾਜਿਕ ਸਾਂਝਾਂ ਨੇ, ਇੱਥੇ ਤੁਹਾਨੂੰ ਕਿਸਾਨ ਨੂੰ ਪੈਸਾ ਦੇ ਕੇ ਉਹਦੇ ਖੇਤ 'ਚੋਂ ਗੰਨਾ ਨਹੀਂ ਤੋੜਨਾ ਪੈਂਦਾ। ਪਰ ਰੇਹੜੀ ਦੇ ਉੱਪਰੋਂ ਤੁਸੀਂ ਰੋਹ ਦਾ ਗਲਾਸ ਮੁਫਤ ਨਹੀਂ ਪੀ ਸਕਦੇ। ਸੋ ਪਹਿਲੀ ਗੱਲ ਇਹ ਹੋਵੇਗੀ ਕਿ ਇਹ ਭਾਈਚਾਰਕ ਸਾਂਝਾਂ ਟੁੱਟਣਗੀਆਂ, ਤੇ ਜਿਹੜੀਆਂ ਭਾਈਚਾਰਕ ਸਾਂਝਾਂ ਨੇ ਉਹਦੇ ਜਦੋਂ ਟੁੱਟਦੀਆਂ ਨੇ ਤੇ ਪ੍ਰਭਾਵਿਤ ਜਿਹੜਾ ਨਾ ਉਹ ਮੱਧ ਤੇ ਗਰੀਬ ਵਰਗ ਹੀ ਹੁੰਦਾ। ਅਮੀਰ ਵਰਗ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਜਿਹੜਾ ਬਹੁਤ ਵੱਡੇ ਅਮੀਰ ਘਰਾਣੇ ਨੇ ਉਹਨਾਂ ਨੂੰ ਤੇ 100 ਰੁਪਏ ਦਾ ਗੰਨਾ ਲੈ ਕੇ ਵੀ ਚੁੱਪਣਾ ਪਵੇ ਤਾਂ ਉਹਨਾਂ ਨੂੰ ਕੋਈ ਅਸਰ ਨਹੀਂ ਪਵੇਗਾ। ਅਸਰ ਉਹਦੇ ਤੇ ਪਵੇਗਾ ਜਿਹੜੇ ਅਸੀਂ ਮੱਧ ਤੇ ਮੱਧ ਵਰਗ ਦੀ ਰੇਖਾ ਤੋਂ ਥੱਲੇ ਰਹਿ ਰਹੇ ਲੋਕ ਆ। ਪਹਿਲੀ ਗੱਲ ਤੇ ਦੂਸਰੀ ਗੱਲ ਕਿ ਜਦੋਂ ਇਸ ਇਕਰਾਰਨਾਮੇ ਦੀ ਖੇਤੀ ਦੇ ਵਿੱਚ ਜਦੋਂ ਮੈਨੂੰ ਕਿਹਾ ਜਾਵੇਗਾ ਕਿ ਤੁਸੀਂ ਆਹ ਵਾਲੇ ਇਨਸੈਕਟੀਸਾਈਡ ਵਰਤਣੇ ਨੇ, ਆਹ ਵਾਲੇ ਪੈਸਟੀਸਾਈਡ ਵਰਤਣੇ ਨੇ, ਇਹਦੇ ਤੋਂ ਬਿਨਾਂ ਹੋਰ ਕੋਈ ਖਾਦ ਨਹੀਂ ਵਰਤਣੀ, ਤੇ ਇਹ ਇਨਸੈਕਟੀਸਾਈਡ ਤੇ ਪੈਸਟੀਸਾਈਡ ਪਾਉਣ ਤੋਂ ਬਾਅਦ ਜਦੋਂ ਤੁਹਾਡੀ ਫਸਲ ਦੀ ਗੁਣਵੱਤਾ ਤੇ ਮਿਆਰ ਇਸ ਸਕੇਲ ਦੇ ਉੱਪਰ ਜਾਂ ਇਸ ਮਾਪਦੰਡ ਦੇ ਉੱਪਰ ਪੂਰਾ ਉਤਰਦਾ ਹੋਵੇਗਾ ਤੇ ਫਿਰ ਅਸੀਂ ਉਸ ਨੂੰ ਖਰੀਦਾਂਗੇ। ਹੁਣ ਉਹਦੇ ਨਾਲ ਇਸ ਕੰਮ ਦੇ ਵਾਸਤੇ ਜਦੋਂ ਵੱਡੀਆਂ ਕੰਪਨੀਆਂ ਮੇਰੇ ਨਾਲ ਐਗਰੀਮੈਂਟ ਕਰਨਗੀਆਂ ਤਾਂ ਉਹ ਮੈਨੂੰ ਬਕਾਇਦਾ ਆਪਣਾ ਜਿਹੜੇ ਉਹਨਾਂ ਦੇ ਮੌਲ ਹੋਣਗੇ, ਚਾਹੇ ਉਹ ਰਿਲਾਇੰਸ ਦੇ ਹੋਣਗੇ, ਅਵਾਨੀਆਂ ਦੇ ਹੋਣਗੇ, ਅਡਾਨੀਆਂ ਦੇ ਹੋਣਗੇ, ਹੁਣ ਮੇਰੇ ਖਿਆਲ ਦੇ ਨਾਲ ਤਾਂ ਈਜ਼ੀ ਡੇ ਵੀ ਇਹਨਾਂ ਨੇ ਖਰੀਦ ਲਿਆ। ਸੋ ਉਹ ਕੀ ਹੋਣਗੇ ਕਿ ਉਹ ਕਿਸਾਨਾਂ ਨੂੰ ਆਪਣੇ ਕਾਰਡ ਪ੍ਰੋਵਾਈਡ ਕਰ ਦੇਣਗੇ। ਉਹ ਆਪਣੇ ਇਲੈਕਟ੍ਰੋਨਿਕ ਕਾਰਡ ਜਿਵੇਂ ਡੈਬਿਟ ਤੇ ਕ੍ਰੈਡਿਟ ਕਾਰਡ ਅਸੀਂ ਬੈਂਕਾਂ ਦੇ ਵਰਤਦੇ ਹਾਂ, ਸਾਨੂੰ ਉਹ ਕਾਰਡ ਬਣਾ ਕੇ ਦੇ ਦਿੱਤੇ ਜਾਣਗੇ। ਉਹਦੇ ਨਾਲ ਸਕੀਮਾਂ ਵੀ ਦੇ ਦਿੱਤੀਆਂ ਜਾਣਗੀਆਂ ਜਿੱਥੋਂ ਅਸੀਂ ਸ਼ੁਰੂ ਦੇ ਵਿੱਚ ਬੜੇ ਖੁਸ਼ ਹੋਵਾਂਗੇ ਕਿ ਲਓ ਜੀ ਤੁਸੀਂ ਪੈਸਟੀਸਾਈਡ ਲੈਣ ਜਾਂਦੇ ਹੋ ਤੇ ਉਹਦੇ ਨਾਲ ਤੁਹਾਨੂੰ ਆਹ ਚੀਜ਼ ਫ੍ਰੀ ਮਿਲੂਗੀ, ਤੁਸੀਂ ਇਨਸੈਕਟੀਸਾਈਡ ਲਓਗੇ ਆਹ ਚੀਜ਼ ਫ੍ਰੀ ਲਓਗੇ, ਤੁਸੀਂ ਬੱਚਿਆਂ ਦੀ ਸਟੇਸ਼ਨਰੀ ਲਓਗੇ, ਤੁਸੀਂ ਬੱਚਿਆਂ ਦੀਆਂ ਕਿਤਾਬਾਂ ਲਓਗੇ ਉਹਦੇ ਨਾਲ ਤੁਹਾਨੂੰ ਆਹ ਚੀਜ਼ ਫ੍ਰੀ ਮਿਲੇਗੀ, ਬੱਚਿਆਂ ਦੀਆਂ ਗੇਮਾਂ ਫ੍ਰੀ ਮਿਲਣਗੀਆਂ। ਸੋ ਪਹਿਲਾਂ ਸਾਨੂੰ ਇਵੇਂ ਦੇ ਲੁਭਾਣੇ ਜਿਹੜੇ ਹੁੰਦੇ ਨੇ, ਮਨ ਨੂੰ ਲੁਭਾਉਣ ਵਾਲੇ ਜਿਹੜੇ ਲਾਰੇ ਆ, ਉਹਨਾਂ ਦੇ ਨਾਲ ਉਧਰ ਖਿੱਚਿਆ ਜਾਵੇਗਾ। ਜਦੋਂ ਅਸੀਂ ਉਧਰ ਖਿੱਚੇ ਜਾਵਾਂਗੇ ਤਾਂ ਓਬਵੀਅਸਲੀ ਅਸੀਂ ਕੈਸ਼ ਵਰਤਣ ਦੇ ਨਾਲੋਂ ਕੋਸ਼ਿਸ਼ ਕਰਾਂਗੇ ਕਿ ਹਰ ਚੀਜ਼ ਉਹਨਾਂ ਮਾਲਸ ਦੇ ਵਿੱਚੋਂ ਖਰੀਦੀ ਜਾਵੇ ਜਿਹੜੇ ਮਾਲ ਨੇ ਸਾਨੂੰ ਕਾਰਡ ਬਣਾ ਕੇ ਦਿੱਤੇ ਹੋਏ ਨੇ। ਤੇ ਫਿਰ ਜਦੋਂ ਕਾਰਡ ਦੇ ਵਿੱਚ ਤੇ ਉਸ ਪੂੰਜੀਪਤੀ ਦੇ ਵਿੱਚ ਇਹ ਰਿਸ਼ਤਾ ਬਣ ਜਾਵੇਗਾ ਕਿਸਾਨ ਦਾ, ਤਾਂ ਤੁਸੀਂ ਸੋਚੋ ਕਿ ਉਹ ਛੋਟੇ ਦੁਕਾਨਦਾਰ ਦੇ ਕੋਲ ਕਿਉਂ ਜਾਵੇਗਾ। ਉਹਦੇ ਨਾਲ ਫਿਰ ਇੱਕ ਛੋਟਾ ਦੁਕਾਨਦਾਰ ਨਹੀਂ ਬਲਕਿ ਬਹੁਤ ਖਿੱਤਿਆਂ ਦੇ ਵਿੱਚ ਤੇ ਬਹੁਤ ਵਰਗਾਂ ਦੇ ਵਿੱਚ ਤੇ ਬਹੁਤ ਸਾਰੀਆਂ ਜਿਨਸਾਂ ਨੂੰ ਲੈ ਕੇ ਜਿਹੜੇ ਛੋਟੇ ਦੁਕਾਨਦਾਰ ਨੇ ਉਹਨਾਂ ਦਾ ਲੱਕ ਟੁੱਟੇਗਾ। ਕੱਲ ਪਰਸੋਂ ਦੀ ਗੱਲ ਹੈ, ਸਾਡਾ ਇੱਕ ਦੋਸਤ ਹੀ ਲੱਖਾ ਵੀਰ ਦੱਸ ਰਿਹਾ ਸੀਗਾ ਕਿ ਅਸੀਂ ਇੱਕ ਮਾਲ ਨੂੰ ਜਿਹੜਾ ਉਹ ਘਿਰਾਓ ਕੀਤਾ ਕਿ ਇੱਥੋਂ ਕਿਸੇ ਨੇ ਸਮਾਨ ਨਹੀਂ ਲੈਣਾ, ਪਰ ਕਹਿੰਦਾ ਕਿ ਇੱਕ ਮਾਲ ਨੂੰ ਰੋਕਣ ਦੇ ਨਾਲ ਉਸੇ ਹੀ ਸ਼ਹਿਰ ਦੇ ਘੱਟੋ ਘੱਟ 20-25 ਦੁਕਾਨਦਾਰ ਜਿਹੜੇ ਸੀ ਨਾ ਸਾਡੇ ਕੋਲ ਆਏ ਕਿ ਸਾਡੀ ਸੇਲ ਬਿਲਕੁਲ ਖਤਮ ਹੋਈ ਪਈ ਸੀ, ਜਦੋਂ ਦਾ ਤੁਸੀਂ ਇਹ ਵੱਡੇ ਪੂੰਜੀਪਤੀ ਘਰਾਣੇ ਨੂੰ ਘੇਰ ਲਿਆ ਉਹਦੇ ਨਾਲ ਸਾਡੀਆਂ ਦੁਕਾਨਾਂ ਜਿਹੜੀਆਂ ਨੇ ਉਹ ਚੱਲਣੀਆਂ ਸ਼ੁਰੂ ਹੋ ਗਈਆਂ। ਸੋ ਇਸ ਕਰਕੇ ਇਹ ਜਿਹੜਾ ਬਹੁਤ ਵੱਡਾ ਕਾਰਪੋਰੇਟ ਸੈਕਟਰ ਹੈ ਜਿਨ੍ਹਾਂ ਦੇ ਰਿਲਾਇੰਸ ਦੇ ਸਟੋਰ ਆ ਜਾਣਗੇ, ਅਬਾਨੀਆਂ ਅਡਾਨੀਆਂ ਦੇ ਜਿਹੜੇ ਵੱਡੇ ਕਾਰਪੋਰੇਟ ਸੈਕਟਰ ਆ ਜਾਣਗੇ, ਉਹਨਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਜਿਹੜੇ ਆਪਣੀ ਛੋਟੀਆਂ ਦੁਕਾਨਦਾਰੀਆਂ ਤੇ ਛੋਟੇ ਮਾਲ ਜਿਹੜੇ ਖੋਲੇ ਹੋਏ ਨੇ ਉਹ ਖਤਮ ਹੋ ਜਾਣਗੇ। ਜਿਹੜੇ ਬੀਜੇਪੀ ਸਰਕਾਰ ਨੇ ਜਿਹੜੇ ਰਿਪਰੈਜ਼ੈਂਟੇਟਿਵ ਭੇਜੇ ਆ ਕਿ ਉਹ ਸਫਲ ਰਹਿਣਗੇ ਇਹਨਾਂ ਨੂੰ ਰੋਕਣ ਵਿੱਚ? ਨਹੀਂ, ਵੇਖੋ ਉਹ ਪਹਿਲੀ ਗੱਲ ਤਾਂ ਉਹ ਬਿੱਲਾਂ ਨੂੰ ਰੋਕਣ ਵਾਸਤੇ ਤਾਂ ਆਏ ਨਹੀਂ, ਉਹ ਆਏ ਨੇ ਕਿਸਾਨ ਸੰਘਰਸ਼ ਨੂੰ ਰੋਕਣ ਦੇ ਵਾਸਤੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਬੀਜੇਪੀ ਹੈ ਜਦੋਂ ਤੋਂ ਖਾਸ ਕਰਕੇ ਪੰਜਾਬ ਦੇ ਵਿੱਚ ਸੈਂਟਰ ਦੇ ਵਿੱਚ ਇਹਨਾਂ ਦੀ ਸਰਕਾਰ ਬਣਨ ਦੇ ਨਾਲ ਜਿਉਂ-ਜਿਉਂ ਪੰਜਾਬ ਦੇ ਵਿੱਚ ਬੀਜੇਪੀ ਦਾ ਜਾਂ ਸੰਘ ਦਾ ਪ੍ਰਭਾਵ ਵਧਿਆ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਹਮੇਸ਼ਾ ਹਾਵੀ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਿਨਾਂ ਕਿਸੇ ਰਾਜਨੀਤਿਕ ਗੱਠਜੋੜ ਤੋਂ ਆਪਣੇ ਬਲਬੂਤੇ ਦੇ ਉੱਪਰ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਾਬਜ਼ ਹੋਈਏ। ਸੋ ਹਰ ਰਾਜਨੀਤਿਕ ਜਿਹੜੀ ਪਾਰਟੀ ਹੁੰਦੀ ਹੈ ਕੁਦਰਤੀ ਇਵੇਂ ਦਾ ਯਤਨ ਕਰਦੀ ਹੈ। ਹੁਣ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਇੱਕ ਪਾਸੇ ਤਾਂ ਜਿਹੜੀ ਅਕਾਲੀ ਦਲ ਦੇ ਨਾਲ ਬੀਜੇਪੀ ਦੀ ਜਿਹੜਾ ਜੋੜ ਸੀਗਾ ਉਹ ਟੁੱਟਿਆ, ਉਹ ਗੱਠਜੋੜ ਟੁੱਟਣ ਤੋਂ ਬਾਅਦ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਅਗਲੀਆਂ ਚੋਣਾਂ ਨੇ ਆਪਣੇ ਸਿਰ ਦੇ ਉੱਪਰ ਲੜਾਂਗੇ। ਆਪਣੇ ਸਿਰ ਦੇ ਉੱਪਰ ਲੜਨ ਦੇ ਵਾਸਤੇ ਬੜਾ ਕਲੀਅਰ ਹੈ ਕਿ ਬੀਜੇਪੀ ਇਸ ਵਾਰੀ ਹਿੰਦੂ ਤੇ ਦਲਿਤ ਦਾ ਜਿਹੜਾ ਪੱਤਾ ਉਹ ਖੇਡੇਗੀ। ਸੋ ਸਿੱਖਾਂ ਦੇ ਵਿੱਚ ਵੀ ਕੁਝ ਇਵੇਂ ਦਾ ਮਾਹੌਲ ਪੈਦਾ ਕੀਤਾ ਗਿਆ ਕਿ ਸਿੱਖਾਂ ਦੀ ਜਿਹੜੀ ਆ ਉਹ ਦਲਿਤ ਪਰਿਵਾਰ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਜਿਹੜੀ ਆ ਵਿੱਥ ਆ ਉਹ ਵੱਧ ਸਕੇ। ਤੇ ਇਸੇ ਹੀ ਸਾਰੀ ਜਿਹੜੀ ਪੰਜਾਬ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਹੋਈ ਹੈ ਕਿਸਾਨਾਂ ਦੇ ਵੱਲੋਂ, ਜਿਹਦੇ ਨਾਲ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਹੌਲੀ ਹੌਲੀ ਦਲਿਤ ਵਰਗ, ਕਿਰਤੀ ਮਜ਼ਦੂਰ, ਛੋਟਾ ਦੁਕਾਨਦਾਰ, ਛੋਟਾ ਆੜ੍ਹਤੀਆ ਵਰਗ, ਇਹ ਸਾਰੇ ਕਿਸਾਨਾਂ ਦੇ ਨਾਲ ਸੰਘਰਸ਼ ਦੇ ਰਾਹ ਦੇ ਉੱਪਰ ਤੁਰਦੇ ਆ ਰਹੇ ਨੇ। ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹਨਾਂ ਲੋਕਾਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹ ਜਿਹੜੇ ਕਾਨੂੰਨ ਨੇ ਤੁਹਾਡੇ ਹੱਕ ਦੇ ਵਿੱਚ ਨੇ। ਪਰ ਹੈਰਾਨਗੀ ਦੀ ਗੱਲ ਹੈ ਕਿਸੇ ਮੀਡੀਆ ਦੇ ਵਿੱਚ,
ਕਿਸੇ ਵੀ ਕਿਸਾਨ ਯੂਨੀਅਨ ਦੀ ਮੀਟਿੰਗ ਦੇ ਵਿੱਚ ਜਾਂ ਕਿਤੇ ਵੀ ਉਹ ਆ ਕੇ ਲੋਕਾਂ ਦੇ ਨਾਲ ਵਾਰਤਾਲਾਪ ਕਰਕੇ ਇਹਨਾਂ ਕਾਨੂੰਨਾਂ ਦੇ ਪ੍ਰਤੀ ਲੋਕ ਰਾਏ ਜਿਹੜੀ ਹੈ ਉਹਨੂੰ ਕੋਈ ਸਾਰਥਕ ਰੂਪ ਦੇ ਵਿੱਚ ਪੇਸ਼ ਨਹੀਂ ਕਰ ਸਕੇ। ਸੋ ਇੱਥੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਬੇਈਮਾਨੀ ਜ਼ਰੂਰ ਹੈ। ਜੇ ਕਿਤੇ ਕੁਝ ਸਮਾਂ ਪਹਿਲਾਂ ਦੀ ਤੁਸੀਂ ਦਾ ਹਿੰਦੂ ਅਖਬਾਰ ਪੜ੍ਹੀ ਹੋਵੇ ਤੇ ਉਹਦੇ ਵਿੱਚ ਇੱਕ ਪ੍ਰੈਸ ਰਿਪੋਰਟਰ ਨੇ ਦੇਸ਼ ਦੇ ਕੇਂਦਰੀ ਖੇਤੀ ਮੰਤਰੀ ਨੂੰ ਇੱਕ ਸਵਾਲ ਕੀਤਾ ਕਿ ਕਿਸਾਨ ਦੀ ਪਰਿਭਾਸ਼ਾ ਕੀ ਹੈ। ਕਹਿੰਦਾ ਮੈਂ ਫਾਰਮਰ ਦੀ ਪਰਿਭਾਸ਼ਾ ਨਹੀਂ ਜਾਣਦਾ। ਹੁਣ ਜੋ ਇਹ ਲੋਕ ਜਿਹੜੇ ਫਾਰਮਰ ਦੀ ਜਾਂ ਕਿਸਾਨ ਦੀ ਪਰਿਭਾਸ਼ਾ ਹੀ ਨਹੀਂ ਜਾਣਦੇ, ਜਦੋਂ ਉਹ ਕਿਸਾਨੀ ਮੁੱਦਿਆਂ ਦੇ ਉੱਪਰ ਗੱਲ ਹੀ ਨਹੀਂ ਕਰ ਸਕਦੇ ਤੇ ਉਹ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੇ ਬਾਰੇ ਸਮਝਾ ਸਕਦੇ ਨੇ। ਇਸੇ ਤਰ੍ਹਾਂ ਜਿਹੜੇ ਬੀਜੇਪੀ ਦੇ ਜ਼ਿਆਦਾ ਮੰਤਰੀ ਪੰਜਾਬ ਦੇ ਵਿੱਚ ਹੁਣ ਹੇੜਾ ਵਾਂਗੂ ਫਿਰ ਰਹੇ ਨੇ ਕਿ ਲੋਕਾਂ ਨੂੰ ਇਸ ਮੁੱਦੇ ਦੇ ਉੱਪਰ ਕਨਵਿੰਸ ਕੀਤਾ ਜਾਵੇ ਕਿ ਇਹ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ। ਤੇ ਜੇਕਰ ਤੁਸੀਂ ਆਪਣੇ ਦਿਲੋਂ ਇਮਾਨਦਾਰੀ ਨਾਲ ਤੇ ਨਿਰਪੱਖਤਾ ਦੇ ਨਾਲ ਸੋਚੋ ਕਿ ਇਹੋ ਜਿਹਾ ਕਿਹੜਾ ਮਨੁੱਖ ਹੁੰਦਾ ਹੈ, ਜੇ ਮੈਂ ਤੁਹਾਨੂੰ ਕਹਾਂ ਕਿ ਆਹ ਚੀਜ਼ ਤੇਰੇ ਫਾਇਦੇ ਦੇ ਵਿੱਚ ਤੇ ਤੂੰ ਕਹੇ ਨਹੀਂ ਮੈਂ ਲੈਣੀ ਨਹੀਂ, ਇਹ ਇੰਜ ਕਦੀ ਨਹੀਂ ਹੋ ਸਕਦਾ ਨਾ। ਇਹਦਾ ਮਤਲਬ ਜੇ ਮੈਂ ਤੁਹਾਨੂੰ ਕੋਈ ਰਿਆਇਤ ਦਿੰਨਾ ਹੈ ਤੇ ਤੁਸੀਂ ਉਹਨੂੰ ਅਪ੍ਰਵਾਨ ਕਰਦੇ ਹੋ, ਤੁਸੀਂ ਉੱਤੇ ਅਸਹਿਮਤ ਹੁੰਦੇ ਹੋ, ਇਹਦਾ ਮਤਲਬ ਤੁਸੀਂ ਉਸ ਰਾਏ ਦੇ ਪਿੱਛੇ ਛੁਪੀ ਮੇਰੀ ਮੰਦ ਭਾਵਨਾ ਨੂੰ ਸਮਝਦੇ ਹੋ ਕਿ ਜੇ ਇਹ ਇਨਸਾਨ ਮੈਨੂੰ ਆਫਰ ਦੇ ਰਿਹਾ ਨਾ ਤਾਂ ਇਹਦਾ ਲੌਂਗ ਟਰਮ ਇਸ ਆਫਰ ਦਾ ਮੈਨੂੰ ਨੁਕਸਾਨ ਹੋਵੇਗਾ। ਸੋ ਪੰਜਾਬ ਦਾ ਜਿਹੜਾ ਕਿਸਾਨ ਹੈ, ਜੇ ਉਹ ਉਸ ਆਫਰ ਨੂੰ ਸਮਝ ਚੁੱਕਾ ਹੈ ਕਿ ਇਹਦੇ ਪਿੱਛੇ ਜਿਹੜੀਆਂ ਪਰਤਾਂ ਨੇ ਉਹ ਇਨ ਦਾ ਲੌਂਗ ਟਰਮ ਮੇਰਾ ਨੁਕਸਾਨ ਕਰਨ ਵਾਲੀਆਂ ਨੇ, ਤਾਂ ਕੁਦਰਤੀ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਉਹਨਾਂ ਦੇ ਬਹਿਕਾਵੇ ਦੇ ਵਿੱਚ ਨਹੀਂ ਆ ਰਿਹਾ। ਤੇ ਪਿੱਛੇ ਜੇ ਤਾਂ ਮੈਂ ਵੇਖ ਰਿਹਾ ਸੀਗਾ ਕਿ ਉਹਨਾਂ ਦਾ ਇੰਨਾ ਐਗਰੈਸਿਵਲੀ ਬੋਲ ਰਹੇ ਨੇ ਕਿ ਅਸੀਂ ਤਾਂ ਕਾਨੂੰਨ ਲਾਗੂ ਕਰ ਦਿੱਤੇ ਆ, ਜਿੰਨੇ ਜੋ ਕਰਨਾ ਕਰਕੇ ਵੇਖ ਲਏ, ਕਿਸਾਨ ਕੀ ਕਰ ਸਕਦੇ ਆ। ਇੰਜ ਨਹੀਂ ਹੁੰਦਾ। ਜਦੋਂ ਇੱਕ ਦੇਸ਼ ਦਾ ਇੱਕ ਵਰਗ ਜਿਹੜਾ ਖਾਸ ਕਰਕੇ ਉਹ ਵਰਗ ਜਿਨਨੇ ਤਕਰੀਬਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੁਹਿੰਮਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਗੁਜ਼ਾਰਿਆ, ਜਿਨੇ 18ਵੀਂ ਸਦੀ ਦੇ ਵਿੱਚ ਤੇਗਾਂ ਦੀਆਂ ਨੋਕਾਂ ਦੇ ਨਾਲ ਆਪਣੀ ਕਿਸਮਤ ਨੂੰ ਲਿਖਿਆ, ਉਹ ਵਰਗ ਜੇਕਰ ਤੁਹਾਡੇ ਤੋਂ ਅਸੰਤੁਸ਼ਟ ਹੁੰਦਾ ਹੈ ਤੇ ਮੈਂ ਸੋਚਦਾ ਕਿ ਇਹ ਦੇਸ਼ ਦੀ ਬਹੁਤ ਵੱਡੀ ਬਦਕਿਸਮਤੀ ਹੈ ਕਿ ਤੁਸੀਂ ਪੰਜਾਬ ਦਾ ਇੱਕ ਬਾਰਡਰ ਬੈਲਟ ਦਾ ਜਿਹੜਾ ਕਿਸਾਨ, ਜਿਹੜਾ ਜੈ ਜਵਾਨ ਵੀ ਹੈ ਤੇ ਜੈ ਕਿਸਾਨ ਵੀ ਹੈ, ਜਿਹੜਾ ਦੇਗ ਦੀ ਗੱਲ ਵੀ ਕਰਦਾ, ਜਿਹੜਾ ਤੇਗ ਦੀ ਗੱਲ ਵੀ ਕਰਦਾ, ਜਿਹੜਾ ਬਾਰਡਰ ਦੇ ਉੱਪਰ ਲੜਦਾ ਵੀ ਹੈ ਤੇ ਬਾਰਡਰ ਦੇ ਉੱਪਰ ਲੜ ਰਹੇ ਸਿਪਾਹੀਆਂ ਦੇ ਵਾਸਤੇ ਰੋਟੀ ਵੀ ਲੈ ਕੇ ਜਾਂਦਾ ਹੈ। ਜਦੋਂ ਤੁਸੀਂ ਉਸ ਵਰਗ ਨੂੰ ਅਸੰਤੁਸ਼ਟ ਕਰ ਰਹੇ ਹੋ ਤੇ ਫਿਰ ਤੁਹਾਡੇ ਕੋਲ ਸੰਤੁਸ਼ਟ ਕਰਨ ਦੇ ਵਾਸਤੇ ਕੋਈ ਇਵੇਂ ਦੇ ਬੁਲਾਰੇ ਨਹੀਂ ਹੈ, ਕੋਈ ਇਵੇਂ ਦੀ ਨੀਤੀ ਨਹੀਂ ਹੈ, ਕੋਈ ਪਾਲਿਸੀ ਨਹੀਂ ਹੈ ਕਿ ਲੋਕ ਤੁਹਾਡੀਆਂ ਗੱਲਾਂ ਤੋਂ ਸੰਤੁਸ਼ਟ ਹੋ ਸਕਣ। ਤਾਂ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਦੇ ਵੱਲੋਂ ਜਿਹੜੀ ਇਹ ਕੰਪੇਨ ਸ਼ੁਰੂ ਕੀਤੀ ਗਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਭੁਗਤਾਇਆ ਜਾ ਸਕੇ, ਮੈਨੂੰ ਨਹੀਂ ਲੱਗਦਾ ਉਹਦੇ 'ਚ ਕਾਮਯਾਬ ਹੋਣਗੇ। ਡਾਕਟਰ ਸਾਹਿਬ, ਇਸ ਜਿਹੜੇ ਇਹ ਸੰਘਰਸ਼ ਸੀ ਇਹਨੂੰ ਫੇਲ ਕਰਨ ਵਾਸਤੇ ਜਿਹੜੀ ਸਰਕਾਰ ਨੇ ਹੁਣ ਕਿਹੜੀਆਂ ਨੀਤੀਆਂ ਦੀ ਵਰਤੋਂ ਕੀਤੀ ਹੈ?